ਮੈਂ 1 ਮਹੀਨਾ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ। ਇੰਡੀਆ ਆਉਂਦੇ ਹੀ ਮੈਨੂੰ ਆਪਣੇ ਕਾਰੋਬਾਰ ਨੂੰ ਸੈੱਟ ਕਰਨ ਦੀ ਚਿੰਤਾ ਲੱਗੀ ਹੋਈ ਸੀ। ਪਰ ਘਰ ਤਾਂ ਇੱਕ ਨਵਾਂ ਹੀ ਤਮਾਸ਼ਾ ਲੱਗਿਆ ਹੁੰਦਾ। ਜਦੋਂ ਵੀ ਬਾਹਰੋਂ ਥੱਕਿਆ ਹਾਰਾ ਘਰ ਆਉਂਦਾ, ਤਾਂ ਮੇਰੀ ਮਾਂ ਮੇਰੇ ਸਾਹਮਣੇ ਆਪਣਾ ਦੁੱਖੜਾ ਲੈ ਕੇ ਬਹਿ ਜਾਂਦੀ ਕਿ ਤੇਰੀ ਘਰਵਾਲੀ ਘਰ ਨਹੀਂ ਬਹਿੰਦੀ, ਸਾਰਾ ਦਿਨ ਗੁਆਂਢੀਆਂ ਦੇ ਜਾ ਕੇ ਬੈਠਦੀ ਹੈ, ਨਾ ਘਰ ਦਾ ਖਿਆਲ ਰੱਖਦੀ ਹੈ ਤੇ ਨਾ ਬੱਚਿਆਂ ਦਾ। ਹੁਣ ਵੀ ਗੁਆਂਢ 'ਚ ਹੀ ਬੈਠੀ ਹੈ। ਇਹ ਗੱਲ ਬਿਲਕੁਲ ਸੱਚ ਸੀ। ਮੇਰੀ ਘਰਵਾਲੀ ਪ੍ਰਿਆ ਜਦੋਂ ਵੀ ਮੈਂ ਘਰ ਆਉਂਦਾ ਗੁਆਂਢੀਆਂ ਦੇ ਘਰ ਹੀ ਮਿਲਦੀ। ਮੈਂ ਆਪਣੇ ਪੁੱਤ ਨੂੰ ਕਿਹਾ ਕਿ ਪੁੱਤ, ਇੱਕ ਗਲਾਸ ਪਾਣੀ ਪਿਲਾ ਦੇ, ਤੇ ਘਰ ਵੱਲ ਦੇਖਿਆ, ਸਾਰਾ ਘਰ ਖਿਲਰਿਆ ਪਿਆ ਸੀ। ਮੇਰੀ ਗੱਲ ਸੁਣ ਕੇ ਮੇਰੀ ਮਾਂ ਨੇ ਕਿਹਾ, ਤੂੰ ਗੱਲ ਕਿਉਂ ਨਹੀਂ ਕਰਦਾ ਪ੍ਰਿਆ ਨਾਲ ਕਿ ਥੋੜਾ ਘਰ ਦਾ ਵੀ ਧਿਆਨ ਰੱਖਿਆ ਕਰੇ। ਤੂੰ ਉਸ ਨੂੰ ਆਪਣੇ ਸਿਰ ਤੇ ਚੜਾ ਰੱਖਿਆ। ਆਪਣੀ ਘਰਵਾਲੀ ਦੇ ਲਈ ਮਾਂ ਦੇ ਮੂੰਹੋਂ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਕਿ ਮਾਂ ਤੂੰ ਵੀ ਕਹਿ ਸਕਦੀ ਹੈ, ਮੈਂ ਥੱਕਿਆ ਹਾਰਾ ਆਇਆ ਹਾਂ, ਮੈਂ ਦੱਸ ਕੀ ਕਰਾਂ, ਮੈਨੂੰ ਵੀ ਘਰ ਵਿੱਚ ਕੁਝ ਸ਼ਾਂਤੀ ਚਾਹੀਦੀ ਹੈ। ਮਾਂ ਨੇ ਕਿਹਾ, ਇਹ ਤੂੰ ਸਹੀ ਕਿਹਾ, ਤੇਰੀ ਘਰਵਾਲੀ ਕੁਝ ਸਮਝਦੀ ਨਹੀਂ। ਬੱਚਾ ਘਰ ਦੇ ਵਿੱਚ ਭੁੱਖਣ ਭਾਣਾ ਘੁੰਮ ਰਿਹਾ ਹੈ, ਘਰ ਦੀ ਹਾਲਤ ਖਰਾਬ ਹੈ, ਹਲੇ ਤੱਕ ਰੋਟੀ ਨਹੀਂ ਬਣੀ, ਤੇ ਤੇਰੀ ਘਰਵਾਲੀ ਮੂੰਹ ਤੇ ਸੁਰਖੀ ਪਾਊਡਰ ਲਾ ਕੇ ਗਵਾਂਢੀਆਂ ਦੇ ਜਾ ਕੇ ਬੈਠ ਗਈ। ਤੂੰ ਆਪਣੀ ਘਰਵਾਲੀ ਨੂੰ ਇਹ ਸਭ ਕੁਝ ਸਮਝਾਵੇਂ, ਉਸ ਤੋਂ ਉਲਟ ਤੂੰ ਮੈਨੂੰ ਹੀ ਗੁੱਸੇ ਹੋ ਰਿਹਾ ਹੈ। ਮੇਰੀ ਮਾਂ ਤਾਂ ਪਹਿਲਾਂ ਹੀ ਗੁੱਸੇ ਵਿੱਚ ਬੈਠੀ ਸੀ। ਉਸ ਦੀ ਗੱਲ ਸੁਣ ਕੇ ਮੈਂ ਆਪਣਾ ਸਿਰ ਆਪਣੇ ਹੱਥਾਂ ਵਿੱਚ ਲੈ ਲਿਆ। ਇਹ ਰੋਜ਼-ਰੋਜ਼ ਦੀ ਚਿਕ-ਚਿਕ ਤੋਂ ਮੈਂ ਪਰੇਸ਼ਾਨ ਹੋ ਗਿਆ ਸੀ। ਉਸ ਸਮੇਂ ਪ੍ਰਿਆ ਘਰ ਵਿੱਚ ਆਈ ਮੁਸਕਰਾ ਰਹੀ ਸੀ। ਉਸਨੇ ਬਹੁਤ ਸੋਹਣਾ ਸੂਟ ਪਾਇਆ, ਹਲਕਾ ਮੇਕਅਪ ਕੀਤਾ। ਉਸ ਨੂੰ ਦੇਖ ਕੇ ਮੇਰੀ ਮਾਂ ਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ ਕਿ ਆਹ ਦੇਖ ਲੈ ਆਪਣੀਆਂ ਅੱਖਾਂ ਨਾਲ ਘਰ ਦੀ ਹਾਲਤ ਤੇ ਆਪਣੀ ਘਰਵਾਲੀ ਨੂੰ। ਘਰ 'ਚ ਪੈਰ ਰੱਖਿਆ ਜਾਂਦਾ ਨਹੀਂ ਤੇ ਮਹਾਰਾਣੀ ਤਿਆਰ ਹੋ ਕੇ ਆ ਗਈ, ਜਿੱਦਾਂ ਕਿਸੇ ਵਿਆਹ 'ਚ ਜਾਣਾ ਹੋਵੇ। ਦੇਖੀ ਇੱਕ ਦਿਨ ਕੀ ਗੁਲ ਖਿਲਾਊਗੀ। ਇਹ ਕਹਿਣਾ ਹੀ ਸੀ ਕਿ ਪ੍ਰਿਆ ਦੇ ਹੱਥ ਵਿੱਚ ਇੱਕ ਬਹੁਤ ਵੱਡਾ ਭਾਂਡਾ ਸੀ। ਉਸਨੇ ਮੇਜ਼ ਤੇ ਰੱਖ ਦਿੱਤਾ ਤੇ ਇੰਨੀ ਦੇਰ ਵਿੱਚ ਹੀ ਉਹ ਮਾਂ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਗਿਆ ਸੀ। ਉਸੇ ਵਿੱਚ ਉਸ ਨੂੰ ਕਿਹਾ, ਕਿੱਥੋਂ ਆ ਰਹੀ ਹੈ ਪ੍ਰਿਆ? ਪ੍ਰਿਆ ਨੇ ਕਿਹਾ, ਆਰਾਮ ਨਾਲ ਕਹੋ, ਤੁਸੀਂ ਹੌਲੀ ਵੀ ਬੋਲ ਸਕਦੇ ਹੋ, ਮੈਨੂੰ ਕਿਹੜਾ ਉੱਚਾ ਸੁਣਦਾ। ਫਿਰ ਸਾਡੇ ਪੁੱਤ ਰਵੀ ਨੂੰ ਕਿਹਾ ਕਿ ਰਵੀ ਪੁੱਤ, ਜਲਦੀ ਨਾਲ ਪਲੇਟਾਂ ਲੈ ਆ ਤੇ ਰੋਟੀ ਖਾ ਲਓ। ਉਸਨੇ ਮੇਰੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ ਤੇ ਰਸੋਈ ਵਿੱਚ ਚਲੀ ਗਈ। ਮੇਰੀ ਮਾਂ ਨੂੰ ਫੇਰ ਮੌਕਾ ਮਿਲ ਗਿਆ। ਕਹਿਣ ਲੱਗੀ, ਦੇਖਿਆ ਆਪਣੀ ਘਰਵਾਲੀ ਦੇ ਨਖਰੇ, ਦੇਖ ਲੈ, ਨਹੀਂ ਤਾਂ ਇੱਕ ਦਿਨ ਤੇਰੀ ਨੱਕ ਕਟਵਾ ਦੂਗੀ, ਤੈਨੂੰ ਬਦਨਾਮ ਕਰੂਗੀ, ਫੇਰ ਤੈਨੂੰ ਸਮਝ ਆਊਗਾ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਘਬਰਾ ਗਿਆ ਸੀ ਤੇ ਥੋੜੀ ਤੇਜ਼ ਆਵਾਜ਼ 'ਚ ਕਿਹਾ, ਮਾਂ ਬਸ ਕਰ, ਤੰਗ ਆ ਗਿਆ ਹਾਂ ਮੈਂ ਰੋਜ਼ ਦੀ ਇੱਕ ਕਹਾਣੀ ਤੋਂ। ਮਾਂ ਕਹਿਣ ਲੱਗੀ, ਠੀਕ ਹੈ, ਹੁਣ ਮੇਰੀ ਗੱਲ ਨਾ ਸੁਣ, ਬਾਅਦ 'ਚੋਂ ਤੈਨੂੰ ਸਮਝ ਆਊਗੀ, ਹੁਣ ਤੂੰ ਬਣ ਰਿਹਾ ਜੋਰੂ ਦਾ ਗੁਲਾਮ। ਇੰਨੀ ਦੇਰ ਵਿੱਚ ਪ੍ਰਿਆ ਰੋਟੀਆਂ ਬਣਾ ਕੇ ਆ ਗਈ ਤੇ ਉਸਨੇ ਮੇਜ਼ ਤੇ ਸਲਾਦ ਤੇ ਰੋਟੀਆਂ ਵਾਲੀ ਪਲੇਟ ਰੱਖੀ ਤੇ ਕਹਿਣ ਲੱਗੀ, ਜਲਦੀ ਆਓ, ਸਾਰੇ ਰੋਟੀ ਖਾ ਲਓ, ਬਹੁਤ ਭੁੱਖ ਲੱਗੀ ਹੈ। ਅਸੀਂ ਸਾਰੇ ਟੇਬਲ ਤੇ ਆ ਕੇ ਬੈਠ ਕੇ ਖਾਣਾ ਖਾਣ ਲੱਗੇ। ਸ਼ਾਇਦ ਉਹ ਖਾਣਾ ਬਣਾ ਕੇ ਗਈ ਸੀ, ਕਿਉਂਕਿ ਹੁਣ ਉਹਨੇ ਸਿਰਫ ਰੋਟੀਆਂ ਹੀ ਬਣਾਈਆਂ ਸੀ ਤੇ ਡਾਈਨਿੰਗ ਟੇਬਲ ਤੇ ਸਲਾਦ, ਚਟਨੀ, ਰਾਇਤਾ, ਸਬਜ਼ੀ ਸਭ ਕੁਝ ਸੀ। ਉਸ ਸਮੇਂ ਮੇਰੀ ਨਜ਼ਰ ਉਸ ਬਾਉਲ ਤੇ ਪਈ ਜੋ ਉਸਦੇ ਹੱਥ ਵਿੱਚ ਸੀ ਜਦੋਂ ਉਹ ਆਈ ਸੀ। ਉਸ ਵਿੱਚ ਸਬਜ਼ੀ ਸੀ। ਮੈਂ ਉਸਨੂੰ ਪੁੱਛਿਆ, ਇਹ ਬਾਉਲ ਤਾਂ ਤੂੰ ਆਪਣੇ ਨਾਲ ਲੈ ਕੇ ਆਈ ਸੀ, ਇਸ ਦਾ ਮਤਲਬ ਇਹ ਸਬਜ਼ੀ ਤੂੰ ਗੁਆਂਢੀਆਂ ਤੋਂ ਲੈ ਕੇ ਆਈ ਹੈ? ਮੇਰੀ ਗੱਲ ਸੁਣ ਕੇ ਉਹ ਘਬਰਾ ਗਈ ਤੇ ਕਹਿਣ ਲੱਗੀ, ਹਾਂ, ਤੁਸੀਂ ਤਾਂ ਜਾਣਦੇ ਹੋ ਸਾਡੀ ਗਵਾਂਢਣ ਰਜਨੀ ਕਿੰਨੀ ਚੰਗੀ ਕੁੜੀ ਹੈ। ਉਸ ਨੂੰ ਮਿਲਣ ਗਈ ਸੀ। ਉਸ ਦੇ ਨਾਲ ਗੱਲਾਂ ਕਰਦੇ ਕਰਦੇ ਸਮਾਂ ਲੱਗ ਗਿਆ, ਧਿਆਨ ਹੀ ਨਾ ਆਇਆ ਤਾਂ ਯਾਦ ਆਇਆ ਕਿ ਘਰ ਜਾ ਕੇ ਅਜੇ ਸਬਜ਼ੀ ਬਣਾਉਣੀ ਹੈ। ਬਸ ਉਸਨੇ ਪਿਆਰ ਵਿੱਚ ਆਪਣੇ ਘਰ ਬਣੀ ਅੱਧੀ ਸਬਜ਼ੀ ਮੈਨੂੰ ਦੇ ਦਿੱਤੀ ਤੇ ਅੱਧੀ ਸਬਜ਼ੀ ਉਸਨੇ ਆਪ ਰੱਖ ਲਈ। ਇਹ ਕਹਿੰਦੇ ਹੋਏ ਪ੍ਰਿਆ ਨੇ ਜਲਦੀ ਨਾਲ ਪਾਣੀ ਦਾ ਜੱਗ ਚੁੱਕਿਆ ਤੇ ਰਸੋਈ ਵਿੱਚ ਚਲੀ ਗਈ। ਸ਼ਾਇਦ ਉਹ ਮੇਰੇ ਸਵਾਲਾਂ ਤੋਂ ਬਚਣਾ ਚਾਹੁੰਦੀ ਸੀ। ਜੇ ਉਹ ਕੁਝ ਹੋਰ ਦੇਰ ਰੁਕਦੀ ਤਾਂ ਸ਼ਾਇਦ ਉਸ ਦੀ ਚੋਰੀ ਫੜੀ ਜਾਂਦੀ। ਇਹੀ ਸੋਚਦੇ ਹੋਏ ਉਹ ਜਲਦੀ ਨਾਲ ਰਸੋਈ ਵਿੱਚ ਚਲੀ ਗਈ ਤੇ ਮੈਂ ਉਹਨਾਂ ਆਦਮੀਆਂ ਵਿੱਚੋਂ ਨਹੀਂ ਸੀ ਜੋ ਆਪਣੀ ਘਰਵਾਲੀ ਤੇ ਸ਼ੱਕ ਕਰਨ, ਪਰ ਮੈਂ ਉਸ ਦੀਆਂ ਹਰਕਤਾਂ ਨੂੰ ਸੋਚਣ ਲਈ ਮਜਬੂਰ ਹੋ ਗਿਆ ਸੀ। ਅੱਜ ਪਹਿਲੀ ਵਾਰੀ ਮੈਂ ਉਸ ਦੀ ਇਸ ਹਰਕਤ ਤੇ ਚੌਂਕ ਗਿਆ ਸੀ। ਕੁਝ ਮੇਰੀ ਮਾਂ ਦੀਆਂ ਗੱਲਾਂ ਦਾ ਅਸਰ ਸੀ, ਕੁਝ ਪ੍ਰਿਆ ਦੀ ਹਰਕਤਾਂ ਦਾ ਅਸਰ ਸੀ। ਮੈਂ ਆਪਣੇ ਮਨ ਵਿੱਚ ਸੋਚ ਲਿਆ ਸੀ ਕਿ ਮੈਂ ਉਸ ਨੂੰ ਕਹਾਂਗਾ ਕਿ ਪੜੋਸ 'ਚ ਨਾ ਜਾਇਆ ਕਰੇ, ਤੇ ਰਾਤ ਨੂੰ ਜਦੋਂ ਮੈਂ ਉਸ ਨੂੰ ਇਹ ਗੱਲ ਕਹੀ ਤਾਂ ਇੱਕਦਮ ਗੁੱਸੇ 'ਚ ਬੋਲੀ, ਤੁਸੀਂ 5 ਸਾਲ ਬਾਅਦ ਵਿਦੇਸ਼ ਤੋਂ ਆਏ ਹੋ, ਵਿਆਹ ਤੋਂ ਕੁਝ ਮਹੀਨੇ ਬਾਅਦ ਮੈਨੂੰ ਇਕੱਲੇ ਛੱਡ ਕੇ ਚਲੇ ਗਏ ਸੀ। ਮੇਰਾ ਜ਼ਰਾ ਵੀ ਧਿਆਨ ਨਹੀਂ ਆਇਆ ਮੈਂ ਕਿੱਦਾਂ ਇਕੱਲੇ ਟਾਈਮ ਬਿਤਾਇਆ ਹੈ। ਮੈਂ ਜਾਣਦੀ ਹਾਂ। ਇੰਨਾ ਕਹਿ ਕੇ ਉਹ ਰੋਣ ਲੱਗੀ ਤੇ ਫਿਰ ਰੋਂਦੇ ਹੋਏ ਕਹਿਣ ਲੱਗੀ, ਤੇਰੀ ਮਾਂ ਹਰ ਵਕਤ ਗਲਤ ਬੋਲਦੀ ਹੈ। ਘਰ ਵਿੱਚ ਪਏ ਰਹਿਣ ਨਾਲ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗੀ ਸੀ। ਇਸ ਲਈ ਮੈਂ ਬਾਹਰ ਗਵਾਂਢੀਆਂ ਦੀਆਂ ਔਰਤਾਂ ਨਾਲ ਗੱਲਾਂ ਕਰਨ ਚਲੀ ਜਾਂਦੀ। ਪੂਰਾ ਘਰ ਮੈਂ ਸੰਭਾਲਦੀ ਹਾਂ, ਉਹ ਤਾਂ ਤੁਹਾਨੂੰ ਦਿਸਦਾ ਨਹੀਂ। ਥੋੜੀ ਦੇਰ ਲਈ ਜੇ ਪੜੋਸ ਵਿੱਚ ਚਲੀ ਗਈ ਤਾਂ ਉਹ ਤੁਹਾਨੂੰ ਨਜ਼ਰ ਆ ਗਿਆ। ਉਹ ਜੋ ਕੁਝ ਵੀ ਕਹਿ ਰਹੀ ਸੀ ਸੱਚ ਕਹਿ ਰਹੀ ਸੀ। ਮੇਰੀ ਮਾਂ ਦਾ ਮਿਜ਼ਾਜ ਥੋੜਾ ਗਰਮ ਸੀ ਤੇ ਫਿਰ ਵਿਆਹ ਤੋਂ ਕੁਝ ਮਹੀਨੇ ਬਾਅਦ ਮੈਂ ਉਸ ਨੂੰ ਇਕੱਲਾ ਛੱਡ ਕੇ ਪੈਸੇ ਕਮਾਉਣ ਦੇ ਚੱਕਰ 'ਚ ਆਸਟ੍ਰੇਲੀਆ ਚਲਾ ਗਿਆ ਸੀ। ਮੈਂ ਉਸ ਨੂੰ ਪਿਆਰ ਨਾਲ ਚੁੱਪ ਕਰਾਇਆ।
ਅਤੇ ਉਹ ਮੇਰੇ ਥੋੜ੍ਹੇ ਜਿਹੇ ਮਨਾਉਣ 'ਤੇ ਹੀ ਮੰਨ ਗਈ ਸੀ। ਅਗਲੇ ਦਿਨ ਛੁੱਟੀ ਸੀ, ਇਸ ਲਈ ਮੇਰਾ ਦਿਲ ਦੇਰ ਤੱਕ ਸੌਣ ਦਾ ਇਰਾਦਾ ਸੀ, ਪਰ ਸਵੇਰੇ-ਸਵੇਰੇ ਰਵੀ ਦੇ ਰੋਣ ਦੀ ਆਵਾਜ਼ ਨੇ ਮੇਰੀ ਅੱਖ ਖੋਲ੍ਹ ਦਿੱਤੀ। ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਗੁੱਸੇ ਨਾਲ ਬਾਹਰ ਆ ਗਿਆ। ਪ੍ਰਿਆ ਨੂੰ ਆਵਾਜ਼ ਲਾਈ ਤਾਂ ਮਾਂ ਸਾਹਮਣੇ ਸੋਫੇ 'ਤੇ ਬੈਠੀ ਸੀ। ਮੈਨੂੰ ਦੇਖ ਕੇ ਕਹਿਣ ਲੱਗੀ, "ਪ੍ਰਿਆ, ਪ੍ਰਿਆ ਕੀ ਕਰ ਰਿਹਾ ਹੈ? ਉਹ ਘਰ ਹੋਊਗੀ ਤਾਂ ਹੀ ਤੈਨੂੰ ਆਵਾਜ਼ ਦਊਗੀ। ਉਹ ਤਾਂ ਸਵੇਰੇ ਹੀ ਸੈਰ-ਸਪਾਟੇ ਲਈ ਘਰ ਤੋਂ ਚਲੀ ਗਈ। ਉਸ ਨੂੰ ਨਾ ਘਰ ਦਾ ਖਿਆਲ ਹੈ, ਨਾ ਬੱਚੇ ਦਾ। ਬੱਚਾ ਭੁੱਖ ਨਾਲ ਰੋ ਰਿਹਾ ਹੈ।" ਰਵੀ ਨੂੰ ਇਸ ਤਰ੍ਹਾਂ ਰੋਂਦੇ ਦੇਖ ਮੈਨੂੰ ਪ੍ਰਿਆ 'ਤੇ ਬਹੁਤ ਗੁੱਸਾ ਆ ਰਿਹਾ ਸੀ। ਇੱਕ ਤਾਂ ਉਸਨੇ ਹੁਣੇ ਹੀ ਨੀਂਦ ਤੋਂ ਜਾਗਿਆ ਸੀ। ਜਦੋਂ ਮੈਂ ਮਾਂ ਨੂੰ ਪੁੱਛਿਆ ਕਿ ਮਾਂ ਪ੍ਰਿਆ ਕਿੱਥੇ ਹੈ, ਤਾਂ ਮਾਂ ਨੇ ਕਿਹਾ, "ਉਹ ਤਾਂ ਸੈਰ-ਸਪਾਟੇ ਲਈ ਚਲੀ ਗਈ ਮਹਾਰਾਣੀ, ਜਾਂ ਕੋਠੇ 'ਤੇ ਹੋਊਗੀ। ਜਦੋਂ ਦੇਖੋ ਪੜੋਸੀਆਂ ਦੇ ਘਰ ਜਾਂਦੀ ਹੈ ਜਾਂ ਫਿਰ ਛੱਤ 'ਤੇ ਲਟਕੀ ਰਹਿੰਦੀ ਹੈ, ਪੜੋਸੀਆਂ ਨਾਲ ਗੱਲ ਕਰਦੀ ਰਹਿੰਦੀ ਹੈ। ਉਸ ਨੂੰ ਤਾਂ ਭੁੱਖ ਨਾਲ ਤੜਫਦੇ ਬੱਚੇ ਦਾ ਧਿਆਨ ਨਹੀਂ ਤੇ ਨਾ ਹੀ ਮੇਰਾ।" ਐਨਾ ਕਹਿ ਕੇ ਮਾਂ ਰੋਣ ਲੱਗੀ। ਕਹਿੰਦੀ, "ਕਿੰਨੇ ਅਰਮਾਨਾਂ ਨਾਲ ਮੈਂ ਉਸ ਨੂੰ ਨੂੰਹ ਬਣਾ ਕੇ ਲਿਆਈ ਸੀ। ਸੋਚਿਆ ਸੀ ਘਰ ਵਿੱਚ ਨੂੰਹ ਆਊਗੀ, ਥੋੜ੍ਹਾ ਆਰਾਮ ਮਿਲੂਗਾ, ਪਰ ਉਹਨੇ ਤਾਂ ਮੇਰਾ ਜੀਣਾ ਹੀ ਹਰਾਮ ਕਰ ਦਿੱਤਾ। ਕੀ ਦੱਸਾਂ ਪੁੱਤ, ਜਦੋਂ ਤੂੰ ਆਸਟ੍ਰੇਲੀਆ ਗਿਆ ਸੀ, ਕਿੱਦਾਂ ਰੋ-ਰੋ ਕੇ ਮੈਂ ਦਿਨ ਕੱਟੇ ਨੇ। ਪਹਿਲਾਂ ਤਾਂ ਮੈਂ ਮਾਂ ਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦਾ ਸੀ, ਪਰ ਹੁਣ ਮੈਨੂੰ ਮਾਂ ਦੀਆਂ ਗੱਲਾਂ ਸੁਣ ਕੇ ਗੁੱਸਾ ਆਉਣ ਲੱਗਿਆ ਸੀ। ਪਹਿਲਾਂ ਤਾਂ ਮੈਂ ਆਪਣੇ ਕਾਰੋਬਾਰ ਨੂੰ ਸੈੱਟ ਕਰਨ 'ਚ ਲੱਗਿਆ ਸੀ, ਇਸ ਲਈ ਮਾਂ ਦੀਆਂ ਗੱਲਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੰਦਾ ਸੀ, ਪਰ ਹੁਣ ਜਿੱਦਾਂ-ਜਿੱਦਾਂ ਮੈਨੂੰ ਸਮਾਂ ਮਿਲ ਰਿਹਾ ਸੀ, ਮਾਂ ਦੀਆਂ ਗੱਲਾਂ ਨੇ ਮੇਰੇ ਦਿਮਾਗ ਵਿੱਚ ਨਵੇਂ ਬੀਜ ਪਾ ਦਿੱਤੇ ਤੇ ਮੈਨੂੰ ਪ੍ਰਿਆ 'ਤੇ ਗੁੱਸਾ ਆਉਂਦਾ ਸੀ। ਉਹ ਮੈਨੂੰ ਛੱਤ ਤੋਂ ਨੀਚੇ ਆਉਂਦੀ ਦਿਸੀ। ਉਹ ਅੱਜ ਵੀ ਬੜੇ ਵਧੀਆ ਤਰੀਕੇ ਨਾਲ ਤਿਆਰ ਹੋਈ ਸੀ। ਉਸਨੇ ਮੇਰੀ ਪਸੰਦ ਦਾ ਸੂਟ ਪਾਇਆ ਸੀ ਤੇ ਮੈਚਿੰਗ ਚੂੜੀਆਂ ਵੀ। ਬਹੁਤ ਸੋਹਣੀ ਲੱਗ ਰਹੀ ਸੀ, ਪਰ ਅੱਜ ਮੈਂ ਉਸਦੀ ਸੁੰਦਰਤਾ 'ਤੇ ਨਹੀਂ, ਉਸ ਨੂੰ ਦੇਖ ਕੇ ਹੈਰਾਨ ਸੀ। ਉਸਦੇ ਹੱਥ ਵਿੱਚ ਅੱਜ ਵੀ ਇੱਕ ਬਾਉਲ ਸੀ, ਜਿਸ ਉੱਤੇ ਕੱਪੜੇ ਨਾਲ ਢਕਿਆ ਸੀ। ਉਹ ਜਲਦੀ ਨਾਲ ਰਸੋਈ 'ਚ ਗਈ। ਮੈਂ ਗੁੱਸੇ ਨਾਲ ਪੁੱਛਿਆ, "ਹੁਣ ਇਸ ਵਿੱਚ ਕੀ ਲੈ ਕੇ ਆਈ ਹੈ?" ਮੇਰੇ ਪੁੱਛਣ 'ਤੇ ਘਬਰਾ ਗਈ ਤੇ ਕਹਿਣ ਲੱਗੀ, "ਮੈਂ ਚੀਨੀ ਲੈ ਕੇ ਆਈ ਹਾਂ। ਤੁਸੀਂ ਤਾਂ ਸਵੇਰੇ-ਸਵੇਰੇ ਸੋ ਰਹੇ ਸੀ, ਤੁਹਾਡਾ ਉੱਠਣ ਦਾ ਮਨ ਨਹੀਂ ਸੀ। ਘਰ ਵਿੱਚ ਚੀਨੀ ਖਤਮ ਹੋ ਗਈ ਸੀ ਤਾਂ ਸੋਚਿਆ ਪੜੋਸੀਆਂ ਤੋਂ ਲੈ ਲੈਂਦੀ ਹਾਂ। 1 ਘੰਟੇ ਤੋਂ ਚੀਨੀ ਮੰਗ ਰਹੀ ਸੀ।" ਮੇਰੀ ਮਾਂ ਨੇ ਉਸ ਨੂੰ ਗੁੱਸੇ ਵਿੱਚ ਕਿਹਾ। ਮਾਂ ਦੇ ਪੁੱਛਣ 'ਤੇ ਮੈਂ ਉਸ ਵੱਲ ਸਵਾਲੀਆ ਨਜ਼ਰ ਨਾਲ ਦੇਖਿਆ। ਸਾਡੇ ਸਵਾਲਾਂ ਤੋਂ ਘਬਰਾ ਗਈ ਸੀ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਕਹਿਣ ਲੱਗੀ, "ਹਾਂ, ਥੋੜ੍ਹਾ ਸਮਾਂ ਤਾਂ ਲੱਗ ਹੀ ਜਾਂਦਾ ਹੈ। ਫਿਰ ਕੀ ਹੋ ਗਿਆ? ਇਸ ਵਿੱਚ ਇੰਨਾ ਬੋਲਣ ਵਾਲੀ ਕੀ ਗੱਲ ਹੈ?" ਫਿਰ ਪ੍ਰਿਆ ਨੇ ਕਿਹਾ, "ਮੈਨੂੰ ਕੀ ਲੋੜ ਹੈ ਸਵੇਰੇ-ਸਵੇਰੇ ਗੁਆਂਢੀਆਂ ਤੋਂ ਜਾ ਕੇ ਚੀਨੀ ਮੰਗਾਂ? ਤੁਹਾਨੂੰ ਸਵੇਰੇ-ਸਵੇਰੇ ਚਾਹ ਪੀਣ ਦੀ ਆਦਤ ਹੈ।" "ਮੰਮੀ ਜੀ, ਇਸ ਲਈ ਮੈਂ ਮੰਗਣ ਚਲੀ ਗਈ, ਪਰ ਤੁਸੀਂ ਤਾਂ ਰਾਈ ਦਾ ਪਹਾੜ ਬਣਾ ਦਿੱਤਾ। ਚਾਹੇ ਤੁਹਾਡਾ ਕਿੰਨਾ ਵੀ ਕਰ ਲਓ, ਪਰ ਤੁਹਾਡੀ ਨਜ਼ਰਾਂ 'ਚ ਮੇਰੀ ਸੇਵਾ ਨਹੀਂ, ਬਸ ਮੇਰੇ ਕੰਮ 'ਚ ਤੁਸੀਂ ਕਮੀਆਂ ਕੱਢਣੀਆਂ ਹੁੰਦੀਆਂ ਨੇ।" ਇਹ ਕਹਿੰਦੇ ਹੋਏ ਪ੍ਰਿਆ ਜਲਦੀ ਨਾਲ ਰਸੋਈ 'ਚ ਗਈ ਤੇ ਪਿੱਛੇ-ਪਿੱਛੇ ਮੇਰੀ ਮਾਂ ਚਲੀ ਗਈ ਤੇ ਪਿੱਛੋਂ ਮੇਰੀ ਮਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ, "ਦੇਖ ਲਿਆ ਆਪਣੀ ਘਰਵਾਲੀ ਨੂੰ, ਕਿੱਦਾਂ ਦੀਆਂ ਗੱਲਾਂ ਕਰਦੀ ਹੈ। ਮੈਨੂੰ ਤਾਂ ਕੋਈ ਇੱਜ਼ਤ ਨਹੀਂ ਦਿੰਦੀ।" ਮੇਰੀ ਮਾਂ ਬੋਲਦੀ-ਬੋਲਦੀ ਆਪਣੇ ਕਮਰੇ ਵਿੱਚ ਚਲੀ ਗਈ। ਅੱਜ ਪ੍ਰਿਆ ਦੀਆਂ ਨਜ਼ਰਾਂ ਚੁਕਾਉਣ 'ਚ ਮੈਨੂੰ ਸ਼ੱਕ ਪੈ ਗਿਆ ਸੀ। ਫਿਰ ਮੇਰੇ ਮੋਬਾਈਲ 'ਤੇ ਬੈਲ ਵੱਜੀ ਤੇ ਮੇਰਾ ਧਿਆਨ ਉਸ ਤੋਂ ਹਟ ਕੇ ਫ਼ੋਨ 'ਤੇ ਚਲਾ ਗਿਆ। ਮੇਰੀ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਵਰਕਰ ਦਾ ਫ਼ੋਨ ਸੀ। ਮੈਂ ਉਸ ਨਾਲ ਗੱਲਾਂ 'ਚ ਲੱਗ ਗਿਆ ਤੇ ਨਾਸ਼ਤੇ ਦੇ ਵਿੱਚ ਪ੍ਰਿਆ ਨੇ ਆਲੂ ਦੇ ਪਰੌਂਠੇ ਬਣਾਏ ਸੀ। ਅਸੀਂ ਸਾਰੇ ਲੋਕ ਨਾਸ਼ਤਾ ਕਰ ਰਹੇ ਸੀ। ਫਿਰ ਪ੍ਰਿਆ ਨੇ ਇੱਕ ਪਲੇਟ ਵਿੱਚ 4 ਪਰੌਂਠੇ ਰੱਖੇ, ਇੱਕ ਕੌਲੀ ਵਿੱਚ ਹਰੀ ਚਟਨੀ ਰੱਖੀ ਤੇ ਨਾਲ ਹੀ ਦਹੀਂ, ਤੇ ਰਵੀ ਨੂੰ ਕਿਹਾ ਕਿ ਜਾ ਪੁੱਤ ਪੜੋਸ ਵਾਲੀ ਆਂਟੀ ਨੂੰ ਦੇ ਆ। ਇੰਨੇ ਵਿੱਚ ਅਚਾਨਕ ਮੇਰੀ ਮਾਂ ਬੋਲੀ, "ਇੰਨਾ ਸਭ ਕੁਝ ਦੇਣ ਦੀ ਕੀ ਲੋੜ ਹੈ? ਜੇ ਬਚ ਗਿਆ ਤਾਂ ਬਚਾ ਲੈ, ਦੁਪਹਿਰ ਨੂੰ ਭੁੱਖ ਲੱਗੀ ਫੇਰ ਖਾ ਲਾਂਗੇ।" ਪ੍ਰਿਆ ਨੇ ਕਿਹਾ, "ਕੋਈ ਗੱਲ ਨਹੀਂ ਮੰਮੀ, ਰਜਨੀ ਨੂੰ ਮੇਰੇ ਹੱਥ ਦੇ ਪਰੌਂਠੇ ਬਹੁਤ ਪਸੰਦ ਨੇ, ਉਹ ਵੀ ਬਹੁਤ ਸ਼ੌਂਕ ਨਾਲ ਖਾਂਦੀ ਹੈ। ਦੁਪਹਿਰ ਤੱਕ ਭੁੱਖ ਲੱਗੂਗੀ ਤਾਂ ਹੋਰ ਕੁਝ ਬਣਾ ਲਵਾਂਗੇ।" ਇਹ ਕਹਿ ਕੇ ਉਸਨੇ ਭਰੀ ਹੋਈ ਪਲੇਟ ਆਪਣੇ ਪੁੱਤ ਦੇ ਹੱਥ ਗੁਆਂਢ ਵਿੱਚ ਭੇਜ ਦਿੱਤੀ। ਇੰਨੀ ਦੇਰ 'ਚ ਅਸੀਂ ਨਾਸ਼ਤਾ ਕਰ ਚੁੱਕੇ ਸੀ ਤੇ ਬਾਹਰ ਹੀ ਸੋਫੇ 'ਤੇ ਬੈਠ ਗਏ। ਪ੍ਰਿਆ ਬਰਤਨ ਧੋਣ ਲਈ ਰਸੋਈ 'ਚ ਗਈ। ਥੋੜ੍ਹੀ ਦੇਰ ਬਾਅਦ ਮੇਰਾ ਪੁੱਤ ਰਵੀ ਆਇਆ ਤਾਂ ਉਸਨੇ ਮੰਮੀ ਨੂੰ ਪੁੱਛਿਆ ਕਿ ਪੁੱਤ ਦੇ ਆਇਆ ਤੂੰ ਆਪਣੀ ਮੰਮੀ ਦੀ ਸਹੇਲੀ ਦੇ ਪਰੌਂਠੇ, ਭਾਂਡੇ ਨਹੀਂ ਲੈ ਕੇ ਆਇਆ? ਰਵੀ ਨੇ ਆਪਣੀ ਦਾਦੀ ਦੀ ਗੱਲ ਸੁਣ ਕੇ ਕਿਹਾ, "ਦਾਦੀ, ਰਜਨੀ ਆਂਟੀ ਨਹੀਂ ਸੀ, ਵਿਕਾਸ ਅੰਕਲ ਖਾਣ ਲੱਗੇ ਤੇ ਕਹਿਣ ਲੱਗੇ ਤੇਰੀ ਮੰਮੀ ਆਲੂ ਦੇ ਪਰੌਂਠੇ ਬਹੁਤ ਵਧੀਆ ਬਣਾਉਂਦੀ ਹੈ। ਚੰਗਾ ਹੋਇਆ ਤੂੰ ਲੈ ਆਇਆ, ਮੈਨੂੰ ਬਹੁਤ ਭੁੱਖ ਲੱਗੀ ਸੀ।" ਤੁਹਾਨੂੰ ਪਤਾ ਹੈ ਵਿਕਾਸ ਅੰਕਲ ਮੰਮੀ ਦੀ ਬਹੁਤ ਤਾਰੀਫ ਕਰ ਰਹੇ ਸੀ, ਕਹਿ ਰਹੇ ਸੀ ਤੇਰੀ ਮੰਮੀ ਬਹੁਤ ਵਧੀਆ ਖਾਣਾ ਬਣਾਉਂਦੀ ਹੈ। ਰਵੀ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਂ ਚੌਂਕ ਗਿਆ ਤੇ ਰਵੀ ਨੂੰ ਆਪਣੇ ਕੋਲ ਬੁਲਾਇਆ, ਪਰ ਪ੍ਰਿਆ ਨੇ ਉਸ ਨੂੰ ਬੁਲਾ ਲਿਆ ਤੇ ਕਹਿਣ ਲੱਗੀ, "ਇਹ ਕੀ ਗੱਲ ਹੋਈ? ਬਹੂ ਨੇ ਪਰੌਂਠੇ ਤਾਂ ਰਜਨੀ ਨੂੰ ਭੇਜੇ ਸੀ, ਉਹ ਤਾਂ ਘਰ ਨਹੀਂ, ਫਿਰ ਭਲਾ ਉਸ ਦਾ ਨਾਂ ਲੈ ਕੇ ਇਸ ਨੇ ਪਰੌਂਠੇ ਉਸ ਦੇ ਘਰ ਕਿਉਂ ਭੇਜੇ?" ਇਹੀ ਸਵਾਲ ਮੇਰੇ ਦਿਮਾਗ ਵਿੱਚ ਵੀ ਚੱਲ ਰਿਹਾ ਸੀ ਤੇ ਇਹੀ ਸਵਾਲ ਮੰਮੀ ਵੀ ਕਹਿ ਰਹੀ ਸੀ। ਮੈਂ ਉੱਠ ਕੇ ਕਮਰੇ 'ਚ ਚਲਾ ਗਿਆ। ਮੇਰਾ ਦਿਮਾਗ ਉਲਝਦਾ ਹੀ ਜਾ ਰਿਹਾ ਸੀ।
ਪ੍ਰਿਆ ਨੂੰ ਚੰਗੀ ਤਰ੍ਹਾਂ ਪਤਾ ਸੀ ਰਜਨੀ ਘਰ ਨਹੀਂ, ਕਿਉਂਕਿ ਕੁਝ ਚਿਰ ਪਹਿਲਾਂ ਉਸ ਤੋਂ ਚੀਨੀ ਲੈ ਕੇ ਆਈ ਸੀ। ਮੇਰੀ ਮਾਂ ਨੇ ਮੈਨੂੰ ਕਿਹਾ ਕਿ ਉਸ ਨੂੰ ਪਤਾ ਹੀ ਹੋਣਾ ਕਿ ਉਹ ਘਰ ਨਹੀਂ, ਫਿਰ ਪਰੌਂਠੇ ਕਿਉਂ ਭੇਜੇ। ਮੈਂ ਆਪਣੀ ਘਰਵਾਲੀ ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਸਾਡੀ ਲਵ ਮੈਰਿਜ ਹੋਈ ਸੀ ਤੇ ਮੈਂ ਆਪਣੇ ਮਾਂ-ਪਿਓ ਦਾ ਇਕੱਲਾ ਹੀ ਮੁੰਡਾ ਸੀ। ਜਦੋਂ ਮੈਂ ਆਪਣੀ ਮਾਂ ਨੂੰ ਆਪਣੀ ਪਸੰਦ ਬਾਰੇ ਦੱਸਿਆ ਤਾਂ ਉਹਨਾਂ ਨੇ ਜਲਦੀ ਹੀ ਹਾਂ ਕਰ ਦਿੱਤੀ ਤੇ ਅੱਜ ਤੱਕ ਜਿੰਨਾ ਵੀ ਸਮਾਂ ਮੇਰਾ ਪ੍ਰਿਆ ਨਾਲ ਗੁਜ਼ਰਿਆ ਸੀ, ਬਹੁਤ ਹੱਸੀ-ਖੁਸ਼ੀ ਗੁਜ਼ਰਿਆ ਸੀ। ਪਰ ਅੱਜ ਪਤਾ ਨਹੀਂ ਕਿਉਂ ਮੇਰੇ ਦਿਮਾਗ ਵਿੱਚ ਸ਼ੱਕ ਹੋ ਗਿਆ, ਪਰ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਦਿਲ ਵਿੱਚ ਉਸ ਲਈ ਸ਼ੱਕ ਹੋਵੇ, ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਮੈਂ ਇਹਨਾਂ ਖਿਆਲਾਂ ਤੋਂ ਬਾਹਰ ਆਇਆ ਤੇ ਉੱਠ ਕੇ ਬਾਹਰ ਕੰਮ ਤੇ ਚਲਾ ਗਿਆ। ਆਉਂਦੇ-ਆਉਂਦੇ ਸ਼ਾਮ ਹੋ ਗਈ, ਮੈਨੂੰ ਥਕਾਵਟ ਹੋ ਗਈ, ਇਸ ਲਈ ਰੋਟੀ ਖਾ ਕੇ ਮੈਂ ਜਲਦੀ ਹੀ ਪੈ ਗਿਆ। ਕੁਝ ਦੇਰ ਵਿੱਚ ਮੈਨੂੰ ਨੀਂਦ ਆ ਗਈ। ਰਾਤ ਨੂੰ ਅਚਾਨਕ ਪਿਆਸ ਦੇ ਮਾਰੇ ਮੇਰੀ ਅੱਖ ਖੁੱਲ੍ਹ ਗਈ। ਜਦੋਂ ਮੈਂ ਟਾਈਮ ਦੇਖਿਆ ਰਾਤ ਦੇ 11 ਵੱਜ ਰਹੇ ਸੀ। ਮੈਂ ਜਲਦੀ ਸੌਂ ਗਿਆ ਸੀ। ਪਾਣੀ ਪੀਣ ਲਈ ਸਾਈਡ ਤੇ ਜੱਗ ਨਹੀਂ ਸੀ। ਮੇਰੀ ਨਜ਼ਰ ਆਪਣੇ ਬਰਾਬਰ ਤੇ ਪਈ ਤਾਂ ਪ੍ਰਿਆ ਉੱਥੇ ਨਹੀਂ ਸੀ। ਮੈਂ ਬਾਥਰੂਮ 'ਚ ਦੇਖਿਆ, ਉੱਥੇ ਵੀ ਲਾਈਟ ਬੰਦ ਸੀ, ਪਰ ਦਰਵਾਜ਼ਾ ਖੁੱਲ੍ਹਾ ਸੀ, ਯਾਨੀ ਕਿ ਉਹ ਬਾਥਰੂਮ ਵਿੱਚ ਵੀ ਨਹੀਂ ਸੀ। ਮੈਂ ਬਾਹਰ ਗਿਆ, ਰਸੋਈ ਵਿੱਚ ਵੀ ਨਹੀਂ ਸੀ। ਫਿਰ ਮੈਂ ਆਪਣੀ ਮਾਂ ਦੇ ਕਮਰੇ ਵਿੱਚ ਜਾ ਰਿਹਾ ਸੀ ਕਿ ਮੇਰੀ ਨਜ਼ਰ ਉੱਪਰ ਪੌੜੀਆਂ ਤੇ ਪਈ। ਪੌੜੀਆਂ ਦਾ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਤੇ ਲਾਈਟ ਵੀ ਚੱਲ ਰਹੀ ਸੀ। ਇਸ ਦਾ ਮਤਲਬ ਪ੍ਰਿਆ ਉੱਪਰ ਛੱਤ ਤੇ ਸੀ। ਇਹ ਸਮੇਂ ਉਹ ਕੋਠੇ ਤੇ ਕੀ ਕਰ ਰਹੀ ਸੀ, ਇਹ ਜਾਣਨ ਲਈ ਮੈਂ ਉੱਪਰ ਛੱਤ ਤੇ ਗਿਆ। ਉਹ ਉੱਥੇ ਖੜੀ ਨਾਲ ਵਾਲੀ ਕੰਧ ਦੇ ਉੱਤੇ ਕਿਸੇ ਨਾਲ ਗੱਲਾਂ ਕਰ ਰਹੀ ਸੀ। ਮੇਰੇ ਪੈਰਾਂ ਦੀ ਆਵਾਜ਼ ਸੁਣ ਕੇ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਮੈਂ ਮਹਿਸੂਸ ਕੀਤਾ ਜਿੱਦਾਂ ਕੋਈ ਬਰਾਬਰ ਵਾਲੀ ਛੱਤ ਤੇ ਭੱਜਦਾ ਹੋਵੇ ਤੇ ਨੀਚੇ ਉਤਰ ਗਿਆ। ਮੈਂ ਨਾਲ ਵਾਲੀ ਛੱਤ ਤੇ ਜਾ ਕੇ ਦੇਖਿਆ ਤਾਂ ਉੱਥੇ ਕੋਈ ਨਹੀਂ ਸੀ। ਹਾਲਾਂਕਿ ਮੈਂ ਆਪਣੇ ਕੰਨਾਂ ਨਾਲ ਸੁਣਿਆ ਸੀ, ਦੋ ਲੋਕ ਗੱਲਾਂ ਕਰ ਰਹੇ ਸੀ। ਉਹ ਹੁਣ ਮੈਥੋਂ ਨਜ਼ਰਾਂ ਚੁਰਾ ਰਹੀ ਸੀ ਤੇ ਨੀਚੇ ਚਲੀ ਗਈ। ਮੈਂ ਬਹੁਤ ਦੇਰ ਤੱਕ ਉੱਥੇ ਖੜਾ ਰਿਹਾ। ਸ਼ਾਇਦ ਕੋਈ ਉਸ ਨਾਲ ਗੱਲਾਂ ਕਰ ਰਿਹਾ ਸੀ, ਪਰ ਉਹ ਦੁਬਾਰਾ ਫੇਰ ਉੱਪਰ ਆਏਗਾ। ਪਰ 15-20 ਮਿੰਟ ਹੋ ਗਏ, ਕੋਈ ਉੱਪਰ ਨਾ ਆਇਆ ਤਾਂ ਮੈਂ ਵੀ ਨੀਚੇ ਆ ਕੇ ਕਮਰੇ ਵਿੱਚ ਬੈਠ ਗਿਆ। ਉਹ ਤਾਂ ਸੌਂ ਗਈ ਸੀ, ਪਰ ਮੇਰੀ ਅੱਖਾਂ ਵਿੱਚ ਨੀਂਦ ਨਹੀਂ ਸੀ। ਮੈਂ ਪੂਰੀ ਰਾਤ ਜਾਗਦਾ ਰਿਹਾ ਕਿ ਪ੍ਰਿਆ ਫੇਰ ਦੁਬਾਰਾ ਜਾਊਗੀ, ਪਰ ਉਹ ਨਾ ਗਈ। ਮੈਂ ਸੋਚ ਲਿਆ ਸੀ ਕਿ ਅਗਲੀ ਰਾਤ ਨੂੰ ਮੈਂ ਉਸ ਤੇ ਨਜ਼ਰ ਰੱਖੂੰਗਾ, ਉਹ ਕਦੋਂ ਜਾਂਦੀ ਹੈ ਤੇ ਕਿਸ ਨਾਲ ਗੱਲਾਂ ਕਰਦੀ ਹੈ। ਪਰ ਅਗਲੀ ਰਾਤ ਨੂੰ ਵੀ ਉਹ ਛੱਤ ਤੇ ਨਾ ਗਈ। ਸ਼ਾਇਦ ਉਸ ਨੂੰ ਸ਼ੱਕ ਹੋ ਗਿਆ ਸੀ ਕਿ ਮੈਂ ਉਸ ਤੇ ਨਜ਼ਰ ਰੱਖਦਾ ਹਾਂ, ਇਸ ਲਈ ਉਹ ਸਤਰਕ ਹੋ ਗਈ। ਅਗਲੇ ਦਿਨ ਜਦੋਂ ਮੈਂ ਕੰਮ ਤੋਂ ਆਇਆ ਤਾਂ ਮੈਂ ਸਾਡੇ ਗੁਆਂਢੀ ਨੂੰ ਆਪਣੇ ਘਰ ਦੇ ਦਰਵਾਜ਼ੇ ਤੇ ਦੇਖਿਆ। ਉਹ ਮੈਨੂੰ ਦੇਖ ਕੇ ਹੈਰਾਨ ਹੋ ਗਿਆ ਸੀ। ਮੈਨੂੰ ਗੁੱਸਾ ਆ ਗਿਆ। ਮੈਂ ਉਸ ਦੇ ਕੋਲ ਆ ਕੇ ਕਿਹਾ ਵੀ ਤੂੰ ਇੱਥੇ ਕੀ ਕਰ ਰਿਹਾ ਹੈ। ਮੈਂ ਉਸ ਤੋਂ ਕੁਝ ਪੁੱਛਦਾ, ਉਸ ਸਮੇਂ ਰਵੀ ਬਾਹਰ ਆਇਆ ਤੇ ਕਹਿਣ ਲੱਗਿਆ, ਲਓ ਅੰਕਲ, ਮੰਮੀ ਨੇ ਦਿੱਤਾ ਹੈ। ਵਿਕਾਸ ਦੇ ਹੱਥ ਵਿੱਚ ਬਾਉਲ ਸੀ ਜਿਸ ਵਿੱਚ ਉੜਦੀ ਖੁਸ਼ਬੂ ਤੋਂ ਮੈਨੂੰ ਪਤਾ ਲੱਗ ਗਿਆ ਕਿ ਉਸ ਵਿੱਚ ਬਿਰਿਆਨੀ ਹੈ। ਉਸ ਨੇ ਉਹ ਬਾਉਲ ਜਿਸ ਵਿੱਚ ਉੜਦੀ ਖੁਸ਼ਬੂ ਤੋਂ ਮੈਂ ਪਛਾਣਿਆ ਸੀ, ਉਸ ਨੇ ਲਿੱਤਾ ਅਤੇ ਕਹਿਣ ਲੱਗਿਆ, ਤੁਹਾਡੀ ਘਰਵਾਲੀ ਬਹੁਤ ਵਧੀਆ ਖਾਣਾ ਬਣਾਉਂਦੀ ਹੈ। ਦਿਲ ਖੁਸ਼ ਹੋ ਜਾਂਦਾ ਹੈ ਤੁਹਾਡੀ ਘਰਵਾਲੀ ਦੇ ਹੱਥ ਦਾ ਖਾਣਾ ਖਾ ਕੇ। ਇਹ ਕਹਿੰਦੇ ਹੋਏ ਆਪਣੇ ਘਰ ਚਲਿਆ ਗਿਆ ਤੇ ਮੈਂ ਗੁੱਸੇ ਵਿੱਚ ਖੌਲਦਾ ਰਿਹਾ। ਮੈਂ ਘਰ ਦੇ ਅੰਦਰ ਗਿਆ। ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ। ਮੈਂ ਸੋਚ ਲਿਆ ਸੀ ਕਿ ਅੱਜ ਸਾਰਾ ਹਿਸਾਬ ਕਲੀਅਰ ਕਰੂੰਗਾ ਤੇ ਪੁੱਛੂੰਗਾ ਕਿ ਇਹ ਸਭ ਕੀ ਚੱਲਦਾ ਹੈ। ਪਰ ਜਦੋਂ ਮੈਂ ਅੰਦਰ ਗਿਆ ਤਾਂ ਘਰ ਵਿੱਚ ਕੁਝ ਮਹਿਮਾਨ ਆਏ ਹੋਏ ਸੀ। ਮੈਂ ਆਪਣੇ ਗੁੱਸੇ ਤੇ ਕਾਬੂ ਕੀਤਾ ਤੇ ਚਿਹਰੇ ਤੇ ਮੁਸਕਰਾਹਟ ਲੈ ਕੇ ਆਈ। ਸ਼ਾਮ ਨੂੰ ਜਦੋਂ ਸਾਰੇ ਗਏ ਤਾਂ ਪ੍ਰਿਆ ਕੰਮ ਤੋਂ ਫ੍ਰੀ ਹੋ ਕੇ ਕਮਰੇ 'ਚ ਆਈ ਤਾਂ ਮੈਂ ਉਸ ਨੂੰ ਮਹੀਨੇ ਦੇ ਖਰਚ ਲਈ ਪੈਸੇ ਦਿੱਤੇ। ਉਸ ਨੇ ਮਹਿਸੂਸ ਕਰ ਲਿਆ ਸੀ ਕਿ ਮੈਂ ਉਸ ਨਾਲ ਗੁੱਸੇ ਹਾਂ, ਪਰ ਜ਼ਿਆਦਾ ਧਿਆਨ ਨਹੀਂ ਦਿੱਤਾ। ਮੇਰੇ ਹੱਥਾਂ ਤੋਂ ਪੈਸੇ ਲੈ ਕੇ ਗਿਣਨ ਲੱਗੀ। ਗਿਣਨ ਤੋਂ ਬਾਅਦ ਬੋਲੀ, ਇਸ ਮਹੀਨੇ ਮੈਨੂੰ ਕੁਝ ਜ਼ਿਆਦਾ ਪੈਸੇ ਚਾਹੀਦੇ ਨੇ। ਮੈਂ ਤਾਂ ਪਹਿਲਾਂ ਹੀ ਗੁੱਸੇ ਵਿੱਚ ਸੀ। ਉਸ ਦੀ ਗੱਲ ਸੁਣ ਕੇ ਮੈਨੂੰ ਹੋਰ ਗੁੱਸਾ ਆ ਗਿਆ। ਮੈਂ ਕਿਹਾ, ਹਰ ਮਹੀਨੇ ਪੈਸੇ ਜ਼ਿਆਦਾ ਹੀ ਦਿੰਦਾ ਹਾਂ, ਪਰ ਫਿਰ ਵੀ ਇਸ ਮਹੀਨੇ ਇਸ ਨੂੰ ਇਹ ਪੈਸੇ ਘੱਟ ਕਿਉਂ ਲੱਗ ਰਹੇ ਨੇ। ਮੈਂ ਗੁੱਸੇ ਵਿੱਚ ਕਿਹਾ, ਧਿਆਨ ਨਾਲ ਦੇਖ, ਪਿਛਲੇ ਮਹੀਨੇ ਤੋਂ ਜ਼ਿਆਦਾ ਨੇ। ਮੇਰੀ ਗੱਲ ਸੁਣ ਕੇ ਕਹਿਣ ਲੱਗੀ, ਹਾਂ ਮੈਨੂੰ ਪਤਾ, ਪਰ ਮੈਨੂੰ ਇਸ ਮਹੀਨੇ ਇਸ ਤੋਂ ਵੀ ਜ਼ਿਆਦਾ ਪੈਸਿਆਂ ਦੀ ਲੋੜ ਹੈ। ਖਰਚੇ ਜ਼ਿਆਦਾ ਨੇ, ਪੈਸੇ ਪੂਰੇ ਨਹੀਂ ਹੋ ਪਾਉਂਦੇ। ਮੈਂ ਬਿਨਾਂ ਕੁਝ ਕਹੇ ਚੁੱਪਚਾਪ ਉਸ ਵੱਲ ਦੇਖ ਰਿਹਾ ਸੀ ਤੇ ਹੋਰ ਪੈਸੇ ਦੇ ਦਿੱਤੇ। ਅਗਲੇ ਦਿਨ ਜਦੋਂ ਮੈਂ ਸੌਂ ਕੇ ਉੱਠਿਆ ਤਾਂ ਉਹ ਘਰ ਵਿੱਚ ਹੀ ਸੀ। ਅੱਜ ਸ਼ਾਇਦ ਉਸ ਨੂੰ ਸ਼ੱਕ ਹੋ ਗਿਆ ਸੀ, ਇਸ ਲਈ ਉਹ ਘਰ ਤੋਂ ਬਾਹਰ ਨਹੀਂ ਗਈ। ਸ਼ਾਮ ਨੂੰ ਜਦੋਂ ਮੈਂ ਦਫ਼ਤਰ ਤੋਂ ਘਰ ਆਇਆ ਤਾਂ ਮਾਂ ਮੇਰੇ ਕਮਰੇ 'ਚ ਆਈ ਤੇ ਕਹਿਣ ਲੱਗੀ, ਰੋਹਨ ਪੁੱਤ, ਤੂੰ ਉਸ ਨੂੰ ਕੁਝ ਪੈਸੇ ਦਿੱਤੇ ਨੇ। ਮੈਂ ਕਿਹਾ, ਹਾਂ ਦਿੱਤੇ ਸੀ, ਘਰ ਖਰਚ ਲਈ। ਕਿਉਂ, ਕੀ ਹੋ ਗਿਆ, ਤੁਸੀਂ ਕਿਉਂ ਪੁੱਛ ਰਹੇ ਹੋ। ਮਾਂ ਨੇ ਕਿਹਾ, ਜਿਹੜੀ ਆਪਣੀ ਪੜੋਸਣ ਹੈ ਅੱਜ ਉਹ ਮੈਨੂੰ ਮਿਲਣ ਆਈ ਸੀ। ਕਹਿਣ ਲੱਗੀ, ਲੱਗਦਾ ਤੇਰੇ ਪੁੱਤ ਦਾ ਕਾਰੋਬਾਰ ਬਹੁਤ ਵਧੀਆ ਚੱਲਦਾ ਹੈ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਇਦਾਂ ਕਿਉਂ ਕਹਿ ਰਹੀ ਹੈ ਤਾਂ ਉਹ ਕਹਿਣ ਲੱਗੀ ਕਿ ਤੁਹਾਡੀ ਨੂੰਹ ਅੱਜ ਕੱਲ੍ਹ ਬਹੁਤ ਪੈਸੇ ਲਟਾਉਂਦੀ ਹੈ। ਜਦੋਂ ਮੈਂ ਉਸ ਨੂੰ ਪੁੱਛਿਆ ਕਿੱਥੇ ਲਟਾਉਂਦੀ ਹੈ ਤਾਂ ਕਹਿਣ ਲੱਗੀ, ਅੱਜ ਉਹ ਰਜਨੀ ਦੇ ਘਰ ਗਈ ਸੀ। ਥੋੜੀ ਦੇਰ ਵਿੱਚ ਉਸ ਦੀ ਘਰਵਾਲੀ ਆ ਗਈ ਤੇ ਉਸ ਦੇ ਹੱਥਾਂ ਵਿੱਚ ਬਹੁਤ ਪੈਸੇ ਸੀ। ਮੇਰੇ ਤੋਂ ਲੁਕਾਉਂਦੇ ਹੋਏ ਸਾਰੇ ਪੈਸੇ ਰਜਨੀ ਨੂੰ ਦਿੱਤੇ ਸੀ, ਪਰ ਮੇਰੀਆਂ ਤੇਜ਼ ਨਜ਼ਰਾਂ ਨੇ ਸਭ ਕੁਝ ਦੇਖ ਲਿਆ ਸੀ। ਮੈਂ ਤਾਂ ਬਸ ਇਸ ਲਈ ਪੁੱਛ ਰਹੀ ਸੀ ਕਿ ਉਸ ਨੂੰ ਪੈਸਿਆਂ ਦੀ ਕੀ ਲੋੜ ਪੈ ਗਈ ਸੀ ਜੋ ਤੇਰੀ ਮਿਹਨਤ ਦੀ ਕਮਾਈ ਨੂੰ ਏਦਾਂ ਖਰਚ ਕਰ ਰਹੀ ਹੈ। ਉਸ ਦੇ ਲੱਛਣ ਮੈਨੂੰ ਚੰਗੇ ਨਹੀਂ ਲੱਗਦੇ। ਮਾਂ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ। ਸ਼ੱਕ ਤਾਂ ਮੈਨੂੰ ਪਹਿਲਾਂ ਹੀ ਹੋ ਗਿਆ ਸੀ,
ਹੁਣ ਤਾਂ ਮੇਰਾ ਵਿਸ਼ਵਾਸ ਵੀ ਬਦਲਣ ਲੱਗਿਆ ਸੀ। ਮੈਨੂੰ ਪਤਾ ਸੀ ਪ੍ਰਿਆ ਘਰ ਦੇ ਖਰਚ ਦੇ ਪੈਸੇ ਕਿੱਥੇ ਰੱਖਦੀ ਹੈ। ਮੈਂ ਜਲਦੀ ਨਾਲ ਉਸ ਦਾ ਪਰਸ ਕੱਢਿਆ, ਪੈਸੇ ਗਿਣੇ ਤਾਂ ਉਸ ਵਿੱਚ ਪੂਰੇ 5000 ਘੱਟ ਸੀ। ਗੁੱਸੇ ਵਿੱਚ ਮੈਂ ਸਿੱਧਾ ਪਰਸ ਲੈ ਕੇ ਰਸੋਈ 'ਚ ਗਿਆ ਤੇ ਉਸ ਨੂੰ ਪੁੱਛਿਆ 5000 ਕਿੱਥੇ ਗਏ? ਉਹ ਡਰ ਗਈ ਤੇ ਕਹਿਣ ਲੱਗੀ, ਤੁਸੀਂ ਏਦਾਂ ਨਾ ਕਰੋ। ਮੈਂ ਉਸ ਨੂੰ ਕਿਹਾ ਕਿ ਕੱਲ ਰਾਤ ਤੈਨੂੰ ਪੈਸੇ ਦਿੱਤੇ ਨੇ, ਰਾਤ ਹੀ ਰਾਤ ਵਿੱਚ 5000 ਕਿੱਥੇ ਚਲਿਆ ਗਿਆ? ਇਹ ਵਰਤਾਅ ਮੈਨੂੰ ਸ਼ੱਕ ਵਿੱਚ ਪਾ ਰਿਹਾ ਹੈ। ਕੱਲ ਰਾਤ ਤੂੰ ਕਿਸ ਨਾਲ ਗੱਲਾਂ ਕਰ ਰਹੀ ਸੀ? ਤੂੰ ਮੈਨੂੰ ਝੂਠ ਬੋਲਿਆ ਹੈ ਕਿ ਤੂੰ ਕਿਸ ਦੇ ਨਾਲ ਗੱਲਾਂ ਨਹੀਂ ਕਰ ਰਹੀ ਸੀ। ਤੂੰ ਮੈਨੂੰ ਧੋਖਾ ਦੇ ਰਹੀ ਹੈ। ਮੈਂ ਉਸ ਨੂੰ ਹੋਰ ਜ਼ਿਆਦਾ ਗੁੱਸੇ 'ਚ ਕਿਹਾ। ਅੱਜ ਮੇਰੇ ਗੁੱਸੇ ਦੀ ਕੋਈ ਹੱਦ ਨਹੀਂ ਸੀ। ਮੇਰੇ ਗੁੱਸੇ ਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਡਰ ਗਈ ਤੇ ਫਿਰ ਉਸਨੇ ਆਪਣੇ ਆਪ ਨੂੰ ਸੰਭਾਲਦੇ ਕਿਹਾ, ਤੁਸੀਂ ਸੱਚਾਈ ਜਾਣਨੀ ਹੈ ਤਾਂ ਤੁਸੀਂ ਮੇਰੇ ਨਾਲ ਚੱਲੋ। ਮੇਰੇ ਹੱਥ ਵਿੱਚ ਇੱਕ ਭਾਂਡਾ ਦਿੱਤਾ ਅਤੇ ਮੇਰਾ ਹੱਥ ਫੜ ਕੇ ਇੱਕ ਟੁੱਟੇ-ਫੁੱਟੇ ਘਰ ਵਿੱਚ ਲੈ ਗਈ, ਜੋ ਕਿ ਵਿਕਾਸ ਤੇ ਰਜਨੀ ਦਾ ਸੀ। ਉਸਨੇ ਕੁੰਡੀ ਖੋਲ੍ਹੀ। ਘਰ ਦੀ ਹਾਲਤ ਬਹੁਤ ਖਰਾਬ ਸੀ। ਘਰ ਦੇ ਇੱਕ-ਇੱਕ ਸਮਾਨ ਤੋਂ ਗਰੀਬੀ ਸਾਫ਼ ਦਿਸ ਰਹੀ ਸੀ। ਸਾਹਮਣੇ ਵਿਹੜੇ 'ਚ 2 ਬੱਚੇ ਖੇਡ ਰਹੇ ਸੀ, ਜਿਨ੍ਹਾਂ ਦੇ ਹੱਥ ਵਿੱਚ ਖਿਡੌਣੇ ਦੀ ਜਗ੍ਹਾ ਪੱਥਰ ਸੀ। ਉਹਨਾਂ ਬੱਚਿਆਂ ਨੇ ਜੋ ਕੱਪੜੇ ਪਾ ਰੱਖੇ ਸੀ, ਉਹ ਮੈਂ ਝੱਟ ਪਛਾਣ ਗਿਆ। ਉਹ ਮੇਰੇ ਪੁੱਤ ਰਵੀ ਦੇ ਕੱਪੜੇ ਸੀ। ਜਿੱਦਾਂ ਹੀ ਮੈਂ ਉਹਨਾਂ ਬੱਚਿਆਂ ਨੇ ਮੇਰੇ ਹੱਥ ਵਿੱਚ ਪਲੇਟ ਦੇਖੀ, ਜਲਦੀ ਨਾਲ ਲੈ ਲਈ ਤੇ ਉਸ ਵਿੱਚ ਰੱਖਿਆ ਖਾਣਾ ਖਾਣ ਲੱਗੇ। ਉਹ ਇੰਨੀ ਜਲਦੀ-ਜਲਦੀ ਖਾ ਰਹੇ ਸੀ, ਜਿੱਦਾਂ ਪਤਾ ਨਹੀਂ ਕਦੋਂ ਦੇ ਭੁੱਖੇ ਹੋਣ। ਮੇਰਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਉਸ ਸਮੇਂ ਮੈਨੂੰ ਉਸ ਨੇ ਆ ਕੇ ਕਿਹਾ, ਇਹਨਾਂ ਦੀ ਥਾਂ ਜੇ ਸਾਡਾ ਬੱਚਾ ਹੋਵੇ ਫਿਰ? ਉਸ ਦੀ ਗੱਲ ਸੁਣ ਕੇ ਮੈਂ ਅੰਦਰ ਤੱਕ ਹਿੱਲ ਗਿਆ। ਅੰਦਰ ਕਮਰੇ ਵਿੱਚੋਂ ਰਜਨੀ ਨਿਕਲ ਕੇ ਆਈ। ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ। ਬਹੁਤ ਪਹਿਲਾਂ ਜਦੋਂ ਮੈਂ ਉਸ ਨੂੰ ਦੇਖਿਆ ਸੀ ਤਾਂ ਉਸ ਦੀ ਸਿਹਤ ਠੀਕ ਸੀ, ਪਰ ਹੁਣ ਉਸ ਦੇ ਚਿਹਰੇ 'ਤੇ ਪੀਲਾਪਣ ਆ ਗਿਆ ਸੀ। ਉਹ ਬੜੀ ਕਮਜ਼ੋਰ ਆਵਾਜ਼ 'ਚ ਬੋਲੀ, ਪ੍ਰਿਆ ਤੇ ਰੋਹਨ ਵੀਰ ਜੀ, ਤੁਸੀਂ ਆਏ ਹੋ, ਬੈਠੋ। ਉਸ ਨੇ 2 ਟੁੱਟੀਆਂ ਹੋਈਆਂ ਕੁਰਸੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਤੇ ਆਪ ਵੀ ਬੈਠ ਗਈ। ਰਜਨੀ ਵੀ ਕੁਰਸੀ 'ਤੇ ਬਹਿ ਗਈ ਤੇ ਮੈਂ ਵੀ ਬੈਠ ਗਈ। ਉਸਨੇ ਕਿਹਾ, ਜਿੱਥੇ ਦਾ ਰਸਤਾ ਕਿੱਦਾਂ ਭੁੱਲ ਗਏ? ਪ੍ਰਿਆ ਤਾਂ ਰੋਜ਼ ਸਾਡੀ ਖਬਰ ਲੈਣ ਆਉਂਦੀ ਹੈ। ਇਹ ਬਹੁਤ ਚੰਗੀ ਹੈ। ਪਰਮਾਤਮਾ ਅਜਿਹੇ ਪੜੋਸੀ ਸਭ ਨੂੰ ਦੇਵੇ। ਵਿਕਾਸ ਦੇ ਕਾਰੋਬਾਰ ਵਿੱਚ ਘਾਟਾ ਪੈ ਗਿਆ ਸੀ। ਭੁੱਖੇ ਰਹਿਣ ਦੀ ਸਾਡੀ ਨੌਬਤ ਆ ਗਈ। ਪੁਰਾਣਾ ਘਰ ਛੁੱਟ ਗਿਆ, ਇਸ ਲਈ ਟੁੱਟੇ-ਫੁੱਟੇ ਮਕਾਨ 'ਚ ਆ ਗਏ। ਇੰਨਾ ਜ਼ਿਆਦਾ ਕਰਜ਼ਾ ਹੋ ਗਿਆ ਕਿ ਸਭ ਕੁਝ ਵੇਚ ਕੇ ਕਰਜ਼ਾ ਚੁਕਾਉਣਾ ਪਿਆ। ਆਪ ਤਾਂ ਭੁੱਖੇ ਸੌਂ ਜਾਂਦੇ ਆ, ਪਰ ਬੱਚਿਆਂ ਨੂੰ ਭੁੱਖ ਨਾਲ ਤੜਫਦੇ ਦੇਖਿਆ ਨਹੀਂ ਜਾਂਦਾ। ਅਜਿਹੀ ਹਾਲਤ ਵਿੱਚ ਪ੍ਰਿਆ ਨੇ ਸਾਡੀ ਬਹੁਤ ਮਦਦ ਕੀਤੀ। ਉਹ ਮਦਦ ਕੀਤੀ ਲੋਕਾਂ ਤੋਂ ਲੁੱਕ ਕੇ ਕੀਤੀ, ਤਾਂ ਜੋ ਸਾਡੀ ਇੱਜ਼ਤ ਵੀ ਰਹਿ ਜਾਵੇ। ਮੇਰੇ ਹੀ ਭਾਂਡਿਆਂ ਵਿੱਚ ਆਪਣੇ ਘਰ ਤੋਂ ਲਿਆ ਕੇ ਮੈਨੂੰ ਰੋਟੀ ਦੇ ਜਾਂਦੀ। ਕਦੇ ਚੀਨੀ, ਮਿਰਚ, ਮਸਾਲੇ ਮੈਥੋਂ ਮੰਗਣ ਦੇ ਬਹਾਨੇ ਆਉਂਦੀ ਹੈ। ਇਸੇ ਬਹਾਨੇ ਮੈਨੂੰ ਸਮਾਨ ਦੇ ਜਾਂਦੀ ਹੈ, ਜਿਸ ਨਾਲ ਮੇਰੇ ਘਰ ਦਾ ਖਰਚਾ ਚੱਲਦਾ। ਮੈਂ ਤੁਹਾਡੀ ਲੋਕਾਂ ਦੀ ਬਹੁਤ ਆਸਾਨ ਮੰਨਦਾ। ਤੁਸੀਂ ਮੇਰੀ ਇੰਨੀ ਮਦਦ ਕੀਤੀ, ਪਰਮਾਤਮਾ ਤੁਹਾਡੀ ਮਦਦ ਕਰੂਗਾ। ਜੇ ਪ੍ਰਿਆ ਸਾਡੀ ਮਦਦ ਨਾ ਕਰਦੀ ਤਾਂ ਪਤਾ ਨਹੀਂ ਮੇਰੇ ਬੱਚਿਆਂ ਦਾ ਕੀ ਹਾਲ ਹੁੰਦਾ। ਅੱਜ ਸਵੇਰੇ ਉਸਨੇ ਮੈਨੂੰ ਕੁਝ ਪੈਸੇ ਦਿੱਤੇ, ਕਿਉਂਕਿ ਮੇਰੇ ਘਰ ਦਾ ਰਾਸ਼ਨ ਖਤਮ ਹੋ ਗਿਆ ਸੀ। ਕਹਿਣ ਲੱਗੀ, ਦੀਦੀ ਤੁਸੀਂ ਇਹ ਪੈਸੇ ਲੈ ਲਓ ਤੇ ਰਾਸ਼ਨ ਲੈ ਆਵੋ। ਉਸ ਦਿਨ ਵੀ ਉਸਨੇ ਪਰੌਂਠੇ ਭੇਜੇ ਸੀ, ਵਿਕਾਸ ਨੂੰ ਬਹੁਤ ਪਸੰਦ ਆਏ ਸੀ। ਸੱਚ ਵਿੱਚ ਤੁਹਾਡੀ ਘਰਵਾਲੀ ਹੀਰਾ ਹੈ। ਮੇਰੇ ਬੱਚਿਆਂ ਦੇ ਦਿਲ ਵਿੱਚੋਂ ਤੇ ਮੇਰੇ ਦਿਲ ਤੋਂ ਦੁਆਵਾਂ ਨਿਕਲਦੀਆਂ ਨੇ। ਉਹ ਤੁਹਾਨੂੰ ਜ਼ਰੂਰ ਲੱਗਣਗੀਆਂ। ਰਜਨੀ ਦੀ ਗੱਲ ਸੁਣ ਕੇ ਮੇਰਾ ਸਿਰ ਸ਼ਰਮਿੰਦਗੀ ਨਾਲ ਝੁਕ ਗਿਆ ਸੀ। ਮੈਂ ਕੀ ਸਮਝਦਾ ਸੀ ਤੇ ਕਹਾਣੀ ਕੀ ਨਿਕਲੀ। ਮੈਂ ਆਪਣੀ ਘਰਵਾਲੀ 'ਤੇ ਸ਼ੱਕ ਕੀਤਾ, ਜੋ ਦੇਵੀ ਸਮਾਨ ਸੀ। ਮੈਂ ਆਪਣੇ ਆਪ ਨੂੰ ਬਹੁਤ ਗਿਰਿਆ ਮਹਿਸੂਸ ਕਰ ਰਿਹਾ ਸੀ। ਪ੍ਰਿਆ ਤੇ ਮੈਂ ਨਜ਼ਰਾਂ ਨਹੀਂ ਮਿਲਾ ਪਾ ਰਿਹਾ ਸੀ। ਉਸਨੇ ਕਿਹਾ, ਮੈਂ ਇਸ ਲਈ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਂ ਉਹਨਾਂ ਲੋਕਾਂ ਦਾ ਭਰਮ ਨਹੀਂ ਤੋੜਨਾ ਚਾਹੁੰਦੀ ਸੀ। ਰੋਹਨ, ਮੇਰਾ ਦਿਲ ਬਹੁਤ ਦੁਖਦਾ ਹੈ। ਅਸੀਂ ਤਾਂ ਠੀਕ ਹਾਂ, ਬੱਚੇ ਵੀ ਵਧੀਆ ਖਾਂਦੇ ਨੇ, ਪਰ ਪੜੋਸ ਦੇ ਬੱਚੇ ਭੁੱਖ ਨਾਲ ਤੜਫ ਰਹੇ ਨੇ। ਉਹਨਾਂ ਕੋਲ ਖਾਣ ਲਈ ਰੋਟੀ ਵੀ ਨਹੀਂ ਸੀ, ਇਸ ਲਈ ਮੈਂ ਉਹਨਾਂ ਦੀ ਮਦਦ ਕਰਦੀ ਸੀ। ਪ੍ਰਿਆ ਦੀਆਂ ਗੱਲਾਂ ਨਾਲ ਮੇਰੇ ਅੰਦਰ ਹਲਚਲ ਹੋ ਗਈ ਸੀ। ਸਹੀ ਕਹਿ ਰਹੀ ਸੀ ਉਹ ਕਿ ਹੁਣ ਅਸੀਂ ਆਪਣੀ ਖੁਸ਼ੀਆਂ ਵਿੱਚ ਇੰਨਾ ਮਗਨ ਹੋ ਜਾਂਦੇ ਹਾਂ ਕਿ ਸਾਨੂੰ ਕਿਸੇ ਦੂਜੇ ਦੀ ਭੁੱਖ ਤੇ ਹੰਝੂ ਨਹੀਂ ਦਿਸਦੇ। ਕਿਉਂ ਅਸੀਂ ਕਿਸੇ ਪਰਾਏ ਬੱਚੇ ਦੀ ਭੁੱਖ ਮਹਿਸੂਸ ਨਹੀਂ ਕਰਦੇ? ਮੈਂ ਪ੍ਰਿਆ ਨੂੰ ਪੁੱਛਿਆ, ਪਰ ਤੂੰ ਇਹ ਸਭ ਕੁਝ ਲੁਕੋ ਕੇ ਕਿਉਂ ਕਰ ਰਹੀ ਸੀ? ਮੈਨੂੰ ਵੀ ਦੱਸ ਸਕਦੀ ਸੀ। ਉਸਨੇ ਕਿਹਾ, ਮਾਂ ਦੀ ਵਜ੍ਹਾ ਨਾਲ ਤੁਹਾਨੂੰ ਨਹੀਂ ਦੱਸਿਆ। ਜੇ ਮੈਂ ਦੱਸ ਦਿੰਦੀ ਤਾਂ ਮਾਂ ਜੀ ਮੈਨੂੰ ਇਹ ਬਿਲਕੁਲ ਵੀ ਨਾ ਕਰਨ ਦਿੰਦੀ, ਤੇ ਤੁਹਾਨੂੰ ਪਤਾ ਹੈ ਉਹਨਾਂ ਦੀ ਆਦਤ ਦਾ, ਤੇ ਤੁਸੀਂ ਵੀ ਜ਼ਰੂਰ ਉਹਨਾਂ ਦੇ ਸਾਹਮਣੇ ਇਸ ਗੱਲ ਨੂੰ ਦੱਸ ਦਿੰਦੇ। ਇਸ ਲਈ ਮੈਂ ਸਭ ਆਪਣੇ ਤੱਕ ਸੀਮਤ ਰੱਖਿਆ। ਉਸ ਰਾਤ ਵੀ ਮੈਂ ਬਚਿਆ ਹੋਇਆ ਖਾਣਾ ਦੇਣ ਲਈ ਛੱਤ 'ਤੇ ਗਈ ਸੀ। ਜਦੋਂ ਪੌੜੀਆਂ 'ਤੇ ਆਵਾਜ਼ ਆਈ, ਮੈਂ ਜਲਦੀ ਨਾਲ ਨੀਚੇ ਉਤਰ ਗਈ ਸੀ, ਕਿਉਂਕਿ ਉਸ ਸਮੇਂ ਰਜਨੀ ਨੂੰ ਲੱਗਿਆ ਕਿ ਮੰਮੀ ਜੀ ਆ ਗਈ ਹੈ। ਅੱਜ ਮੈਨੂੰ ਆਪਣੀ ਘਰਵਾਲੀ 'ਤੇ ਸ਼ਰਮ ਮਹਿਸੂਸ ਹੋ ਰਹੀ ਸੀ। ਮੈਂ ਉਸ ਨੂੰ ਪਿਆਰ ਨਾਲ ਦੇਖਿਆ ਤੇ ਉਸ ਦੇ ਹੱਥਾਂ ਨੂੰ ਚੁੰਮ ਲਿੱਤਾ। ਫਿਰ ਮੈਂ ਕਿਹਾ ਕਿ ਮੈਨੂੰ ਮਾਫ਼ ਕਰ ਦੇ। ਉਹਨਾਂ ਲੋਕਾਂ ਦੀਆਂ ਦੁਆਵਾਂ ਨਾਲ ਮੇਰਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਸੀ। ਇਹ ਉਹਨਾਂ ਲੋਕਾਂ ਦੀਆਂ ਦੁਆਵਾਂ ਦਾ ਹੀ ਨਤੀਜਾ ਸੀ। ਦੋਸਤੋ, ਗਰੀਬਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ, ਚਾਹੇ ਤੁਹਾਨੂੰ ਬਦਲੇ 'ਚ ਕੁਝ ਮਿਲੇ ਨਾ ਮਿਲੇ, ਪਰ ਉਹਨਾਂ ਦੀਆਂ ਦੁਆਵਾਂ ਦਾ ਕੀਮਤੀ ਖਜ਼ਾਨਾ ਜ਼ਰੂਰ ਮਿਲੂਗਾ।